ਪ੍ਰੈਜ਼ੈਂਟ ਕੰਟੀਨਿਊਸ ਟੈਂਸ। ਜਿਵੇਂ ਕਿ ਪਿਛਲੀ ਵੀਡੀਓ 'ਚ ਆਪਾਂ ਗੱਲ ਕੀਤੀ ਸੀ ਪ੍ਰੈਜ਼ੈਂਟ ਸਿੰਪਲ ਟੈਂਸ ਬਾਰੇ ਜਾਂ ਪ੍ਰੈਜ਼ੈਂਟ ਇੰਡੈਫੀਨਿਟ ਟੈਂਸ ਬਾਰੇ। ਉਸ ਸਮੇਂ ਉਸ ਟੈਂਸ ਵਿੱਚ ਕੀ ਹੁੰਦਾ ਹੈ ਕਿ ਕੋਈ ਵੀ ਚੀਜ਼ ਕਲੀਅਰ ਨਹੀਂ ਹੁੰਦੀ, ਬਟ ਜੋ ਪ੍ਰੈਜ਼ੈਂਟ ਕੰਟੀਨਿਊਸ ਟੈਂਸ ਹੈ ਇਸ ਵਿੱਚੋਂ ਆਪਣਾ ਜੋ ਟਾਈਮ ਫਰੇਮ ਹੈ ਇਹ ਚੱਲਣਾ ਸਟਾਰਟ ਹੋ ਜਾਂਦਾ ਹੈ। ਹੁਣ ਜਿਵੇਂ ਪ੍ਰੈਜ਼ੈਂਟ ਕੰਟੀਨਿਊਸ ਟੈਂਸ ਹੈ, ਇਹ ਮੋਸਟ ਕਾਮਨਲੀ ਯੂਜ਼ ਟੈਂਸ ਹੈ ਜੋ ਆਪਾਂ ਆਇਲਸ ਦੀ ਰਾਈਟਿੰਗ ਵਿੱਚ ਜਾਂ ਫਿਰ ਕਿਸੇ ਹੋਰ ਐਗਜ਼ਾਮ ਦੀ ਰਾਈਟਿੰਗ ਵਿੱਚ ਬੱਚਿਆਂ ਦੁਆਰਾ ਯੂਜ਼ ਕੀਤਾ ਜਾਂਦਾ ਹੈ। ਬਟ ਇਹ ਯੂਜ਼ ਕਰਨਾ ਕਦੋਂ ਹੈ? ਅੱਜ ਆਪਾਂ ਜਾਣਾਂਗੇ ਕਿ ਕਿਵੇਂ ਪ੍ਰੈਜ਼ੈਂਟ ਕੰਟੀਨਿਊਸ ਟੈਂਸ ਕਿਸ ਜਗ੍ਹਾ ਦੇ ਉੱਪਰ ਸਹੀ ਹੈ ਤੇ ਕਿੰਨਾ ਜਗ੍ਹਾ ਦੇ ਉੱਪਰ ਗਲਤ, ਤੇ ਕਿਵੇਂ ਕਈ ਬਹੁਤ ਕਾਮਨ ਮਿਸਟੇਕਸ ਨੇ ਜੋ ਆਪਾਂ ਡੇਲੀ ਬੇਸਿਸ ਤੇ ਕਰਦੇ ਹਾਂ ਸੈਂਟੈਂਸ ਬਾਰੇ, ਤੇ ਉਸ ਕਰਕੇ ਆਪਣੇ ਬੈਂਡ ਸਕੋਰ ਵਿੱਚ ਵੀ ਬਹੁਤ ਜ਼ਿਆਦਾ ਨੁਕਸਾਨ ਹੁੰਦਾ ਹੈ ਆਪਾਂ ਨੂੰ। ਹੁਣ ਫਸਟ ਆਫ ਆਲ ਪ੍ਰੈਜ਼ੈਂਟ ਕੰਟੀਨਿਊਸ ਟੈਂਸ ਯੂਜ਼ ਕਦੋਂ ਕੀਤਾ ਜਾਂਦਾ ਹੈ? ਇਹ ਯੂਜ਼ ਕੀਤਾ ਜਾਂਦਾ ਹੈ ਜਦੋਂ ਆਪਾਂ ਕਿਸੇ ਗੱਲ ਨੂੰ ਦੱਸਣਾ ਹੋਵੇ ਜੋ ਉਸੇ ਸਮੇਂ ਜਦੋਂ ਤੁਸੀਂ ਗੱਲ ਕਰ ਰਹੇ ਹੋ ਉਸ ਟਾਈਮ ਉਹ ਚੀਜ਼ ਹੋ ਰਹੀ ਹੋਵੇ। ਜਿਵੇਂ ਇਹ ਤੁਹਾਡੇ ਸਾਹਮਣੇ ਇਹਦੀ ਐਕਸਪਲੇਨੇਸ਼ਨ ਵੀ ਲਿਖੀ ਹੋਈ ਹੈ। The present continuous tense is used to describe actions that are happening right now. That's the most important word. ਕਿ ਉਹ ਐਕਸ਼ਨ ਜਿਹੜੇ ਕਿ ਹੁਣੇ ਇਸੇ ਸਮੇਂ ਹੋ ਰਹੇ ਨੇ। That could be temporary situations or ongoing actions. This tense highlights an action that is currently in progress or will happen in the near future. ਉਹ ਐਕਸ਼ਨਸ ਜਿਹੜੇ ਹੁਣ ਇਸ ਸਮੇਂ ਚੱਲ ਰਹੇ ਨੇ ਉਹਨਾਂ ਸਭ ਐਕਸ਼ਨਸ ਨੂੰ ਆਪਾਂ ਪ੍ਰੈਜ਼ੈਂਟ ਕੰਟੀਨਿਊਸ ਵਿੱਚ ਬੋਲਦੇ ਹਾਂ। ਇਸ ਦਾ ਫਸਟ ਆਫ ਆਲ ਇਸ ਦਾ ਰੂਲ ਕੀ ਹੈ? ਇਹਦਾ ਸਬਜੈਕਟ, ਦੈਨ ਇਜ਼ ਐਮ ਆਰ, ਦੈਨ ਵਰਬ ਦੀ ਫਸਟ ਫਾਰਮ ਨਾਲ ING, ਦੈਨ ਆਬਜੈਕਟ। ਜਿਵੇਂ ਕਿ ਪਿਛਲੀ ਵੀਡੀਓ 'ਚ ਆਪਾਂ ਕਲੀਅਰ ਕੀਤਾ ਸੀ ਕਿ ਸਬਜੈਕਟ ਕੀ ਹੁੰਦਾ ਹੈ। ਸਬਜੈਕਟ ਜੋ ਕੰਮ ਕਰੇ, ਵਰਬ ਜੋ ਕੰਮ ਹੋ ਰਿਹਾ ਹੋਵੇ, ਆਬਜੈਕਟ ਜਿਸ ਉੱਪਰ ਕੰਮ ਹੋ ਰਿਹਾ ਹੋਵੇ। ਇਜ਼ ਐਮ ਆਰ ਇਸ ਵਿੱਚ ਬੀ ਦੀ ਫਾਰਮਸ ਨੇ। ਅੱਗੇ ਆਪਾਂ ਕਲੀਅਰ ਕਰਾਂਗੇ ਕਿ ਬੀ ਦੀਆਂ ਫਾਰਮਸ ਕਿੰਨੀਆਂ ਹੁੰਦੀਆਂ ਨੇ ਤੇ ਕਿਉਂ ਹਰੇਕ ਕੰਟੀਨਿਊਸ ਟੈਂਸ ਦੇ ਨਾਲ ਬੀ ਦੀ ਇੱਕ ਫਾਰਮ ਲੱਗੇਗੀ ਹੀ ਲੱਗੇਗੀ। ਇਹ ਆਪਾਂ ਅੱਗੇ ਕਲੀਅਰ ਕਰਦੇ ਜਾਵਾਂਗੇ, ਬਟ ਆਈ ਵੁੱਡ ਸੁਜੈਸਟ ਕਿ ਤੁਸੀਂ ਇਸ ਚੀਜ਼ ਨੂੰ ਇੱਕ ਕਾਪੀ 'ਤੇ ਨੋਟ ਕਰਦੇ ਜਾਓ, ਨਾ ਕਿ ਜਸਟ ਇੱਕ ਦੇਖ ਕੇ ਕਿ ਸਾਨੂੰ ਦੇਖ ਕੇ ਚੀਜ਼ ਯਾਦ ਰਹੇਗੀ। ਸੋ ਫਸਟ ਆਫ ਆਲ ਕਿ ਸਬਜੈਕਟ ਇਜ਼ ਐਮ ਆਰ, ਦੈਨ ਵਰਬ ਦੀ ਫਸਟ ਫਾਰਮ ਨਾਲ ਆਬਜੈਕਟ। ਆਪਾਂ ਐਮ ਯੂਜ਼ ਕਰਨਾ ਹੈ ਆਈ ਦੇ ਨਾਲ, ਇਜ਼ ਯੂਜ਼ ਕਰਨਾ ਹੈ ਹੀ ਸ਼ੀ ਐਂਡ ਇਟ ਦੇ ਨਾਲ, ਔਰ ਕੋਈ ਵੀ ਸਿੰਗੂਲਰ ਨਾउन ਦੇ ਨਾਲ। ਦੈਨ ਆਰ ਯੂਜ਼ ਹੋਏਗਾ ਵੀ, ਯੂ, ਦੇ ਔਰ ਐਨੀ ਪਲੂਰਲ ਨਾउन ਦੇ ਨਾਲ। ਕਲੀਅਰ? ਸੋ ਨਾਓ ਕਿ ਕੰਟੀਨਿਊਸ ਟੈਂਸ ਆਪਾਂ ਗਲਤੀ ਕਦੋਂ ਕਰ ਜਾਂਦੇ ਹਾਂ? ਜਿਵੇਂ ਕਿ ਹੁਣ ਇਸ ਸੈਂਟੈਂਸ ਹੈ ਆਈ ਐਮ ਸਟੱਡਿੰਗ ਇੰਗਲਿਸ਼। ਸੋ ਇਹਦਾ ਮੀਨਿੰਗ ਕੀ ਹੈ ਕਿ ਮੈਂ ਹੁਣ ਇਸ ਸਮੇਂ ਇੰਗਲਿਸ਼ ਪੜ੍ਹ ਰਿਹਾ ਹਾਂ। ਬਟ ਕਈ ਵਾਰ ਕੀ ਹੁੰਦਾ ਹੈ ਕਿ ਬੱਚੇ ਨੂੰ ਪੁੱਛਿਆ ਜਾਂਦਾ ਹੈ ਕਿ ਇਹ ਚੀਜ਼ ਤੁਸੀਂ ਕਿੰਨੇ ਸਮੇਂ ਤੋਂ ਕਰ ਰਹੇ ਹੋ। ਫੋਰ ਐਗਜ਼ਾਮਪਲ ਦੈਟ ਫॉर ਹਾਊ ਲੌਂਗ ਹੈਵ ਯੂ ਬੀਨ ਸਟੱਡਿੰਗ ਇੰਗਲਿਸ਼। ਉਦੋਂ ਬੱਚਾ ਕਹਿੰਦਾ ਆਈ ਐਮ ਸਟੱਡਿੰਗ ਇੰਗਲਿਸ਼ ਸਿੰਸ ਮਾਈ ਚਾਈਲਡਹੁੱਡ ਔਰ ਸਿੰਸ ਆਈ ਵਾਜ਼ ਇਨ ਮਾਈ ਫਸਟ ਸਟੈਂਡਰਡ। ਉਦੋਂ ਇਹ ਜੋ ਟੈਂਸ ਹੈ ਗਲਤ ਹੋ ਜਾਂਦਾ ਹੈ, ਕਿਉਂਕਿ ਆਪਾਂ ਪ੍ਰੈਜ਼ੈਂਟ ਕੰਟੀਨਿਊਸ ਟੈਂਸ ਨੂੰ ਉਦੋਂ ਹੀ ਯੂਜ਼ ਕਰਨਾ ਹੈ ਜਦੋਂ ਆਪਾਂ ਕਰੰਟ ਮੂਮੈਂਟ ਦੀ ਗੱਲ ਕਰ ਰਹੇ ਹੋਈਏ। ਜੇਕਰ ਆਪਾਂ ਇਸ ਨੂੰ ਡਿਸਕ੍ਰਾਈਬ ਕਰ ਰਹੇ ਹਾਂ ਇੱਕ ਪਾਰਟੀਕੂਲਰ ਟਾਈਮ ਫਰੇਮ ਦੇ ਲਈ, ਉਸ ਟਾਈਮ ਇਹ ਆਪਣਾ ਸੈਂਟੈਂਸ ਗਲਤ ਹੋ ਜਾਂਦਾ ਹੈ। ਇਸ ਦੀ ਮੋਸਟ ਕਾਮਨ ਐਗਜ਼ਾਮਪਲ ਹੈ ਆਪਣੇ ਆਇਲਸ ਦੇ ਸਪੀਕਿੰਗ ਦੇ ਵਿੱਚ। ਆਇਲਸ ਸਪੀਕਿੰਗ ਦੇ ਵਿੱਚ ਪਹਿਲੇ 2-3 ਕੁਐਸਚਨ ਕੀ ਹੁੰਦੇ ਨੇ ਕਿ ਵਾਟ ਇਜ਼ ਯੋਰ ਨੇਮ, ਵੇਅਰ ਆਰ ਯੂ ਫਰੋਮ ਐਂਡ ਫॉर ਹਾਊ ਲੌਂਗ ਹੈਵ ਯੂ ਬੀਨ ਲਿਵਿੰਗ ਓਵਰ ਦੇਅਰ। ਬੱਚੇ ਕੀ ਕਹਿ ਦਿੰਦੇ ਨੇ ਦੈਟ ਆਈ ਐਮ ਫਰੋਮ, ਫॉर ਐਗਜ਼ਾਮਪਲ ਆਈ ਐਮ ਫਰੋਮ ਦਿੱਲੀ। ਐਗਜ਼ਾਮਿਨਰ ਪੁੱਛਦਾ ਹੈ ਕਿ ਤੁਸੀਂ ਦਿੱਲੀ ਵਿੱਚ ਕਿੰਨੇ ਸਮੇਂ ਤੋਂ ਰਹਿ ਰਹੇ ਹੋ, ਤਾਂ ਅੱਗੋਂ ਆਨਸਰ ਆਉਂਦਾ ਆਈ ਐਮ ਲਿਵਿੰਗ ਇਨ ਦਿੱਲੀ ਸਿੰਸ ਮਾਈ ਚਾਈਲਡਹੁੱਡ। ਤਾਂ ਇਹ ਸੈਂਟੈਂਸ ਉਦੋਂ ਗਲਤ ਹੋ ਜਾਵੇਗਾ, ਉਦੋਂ ਕੋਈ ਹੋਰ ਸੈਂਟੈਂਸ ਯੂਜ਼ ਕਰੇਗਾ ਆਈ ਹੈਵ ਬੀਨ ਲਿਵਿੰਗ ਇਨ ਦਿੱਲੀ। ਉਹ ਆਪਣਾ ਪ੍ਰੈਜ਼ੈਂਟ ਪਰਫੈਕਟ ਕੰਟੀਨਿਊਸ ਹੈ, ਉਸਦੀ ਆਪਾਂ ਅੱਗੇ ਗੱਲ ਕਰਾਂਗੇ। ਬਟ ਆਪਾਂ ਗੱਲ ਕਰੀਏ ਕਿ ਇਸ ਨੂੰ ਕਦੋਂ ਯੂਜ਼ ਕਰਨਾ ਹੈ। ਇਸ ਨੂੰ ਹਮੇਸ਼ਾ ਉਦੋਂ ਹੀ ਯੂਜ਼ ਕਰਨਾ ਹੈ ਜਦੋਂ ਕੋਈ ਕੰਮ ਉਸ ਪਾਰਟੀਕੂਲਰ ਟਾਈਮ ਫਰੇਮ ਦੇ ਵਿੱਚ ਉਦੋਂ ਹੀ ਹੋ ਰਿਹਾ ਹੋਵੇ। ਕਲੀਅਰ? ਜਿਵੇਂ ਨੈਕਸਟ ਸੈਕਿੰਡ ਸੈਂਟੈਂਸ ਕੀ ਹੈ ਇਸਦਾ? ਸ਼ੀ ਇਜ਼ ਕੁਕਿੰਗ ਡਿਨਰ, ਮੀਨਿੰਗ ਕਿ ਉਹ ਖਾਣਾ ਬਣਾ ਰਹੀ ਹੈ। ਦੇ ਆਰ ਪਲੇਇੰਗ ਕ੍ਰਿਕਟ, ਕਿ ਉਹ ਇਸ ਸਮੇਂ ਕ੍ਰਿਕਟ ਖੇਡ ਰਹੇ ਹਨ। ਨਾਓ ਬੀ ਦੀਆਂ ਫਾਰਮਸ। ਹੁਣ ਫਸਟ ਆਫ ਆਲ ਬੀ ਦੀਆਂ ਫਾਰਮਸ ਕੀ ਨੇ? ਬੀ ਜਦੋਂ ਵੀ ਕੋਈ ਵੀ ਕੰਟੀਨਿਊਸ ਟੈਂਸ ਲੱਗੇਗਾ, ਚਾਹੇ ਉਹ ਪ੍ਰੈਜ਼ੈਂਟ ਹੈ, ਚਾਹੇ ਫਿਊਚਰ ਹੈ, ਚਾਹੇ ਪਾਸਟ ਹੈ, ਉੱਥੇ ਬੀ ਦੀ ਫਾਰਮ ਆਏਗੀ ਹੀ ਆਏਗੀ, ਚਾਹੇ ਉਹ ਕੰਟੀਨਿਊਸ ਸਿੰਪਲ ਹੈ, ਚਾਹੇ ਉਹ ਪਰਫੈਕਟ ਕੰਟੀਨਿਊਸ ਹੈ। ਬੀ ਦੀ ਫਾਰਮਸ ਕਿਹੜੀਆਂ ਨੇ? ਇਜ਼, ਐਮ, ਆਰ, ਵਾਜ਼, ਵਰ, ਬੀ, ਬੀਨ ਐਂਡ ਬੀਇੰਗ। ਇਹ 8 ਫਾਰਮ ਨੂੰ ਤੁਸੀਂ ਯਾਦ ਕਰ ਲਓ। ਇਹ 8 ਫਾਰਮ ਤੁਹਾਨੂੰ ਬਹੁਤ ਜ਼ਿਆਦਾ ਹੈਲਪ ਕਰਨਗੀਆਂ ਜਦੋਂ ਵੀ ਤੁਸੀਂ ਚਾਹੇ ਰਾਈਟਿੰਗ ਕਰ ਰਹੇ ਹੋ, ਚਾਹੇ ਰੀਡਿੰਗ ਕਰ ਰਹੇ ਹੋ, ਚਾਹੇ ਸਪੀਕਿੰਗ ਕਰ ਰਹੇ ਹੋ, ਕਿ ਆਇਡੈਂਟੀਫਾਈ ਕਰਨ ਨੂੰ ਕਿ ਇਹ ਟੈਂਸ ਕਿਹੜਾ ਹੈ
ਐਂਡ ਕਿਸ ਟਾਈਮ ਫਰੇਮ ਦੀ ਗੱਲ ਹੋ ਰਹੀ ਹੈ। ਨਾਓ ਆਪਾਂ ਇਹਦੇ ਅਗਲੇ ਰੂਲ ਵੱਲ ਦੇਖੀਏ, ਜਿਵੇਂ ਕਿ ਸਟਰਕਚਰ ਆਫ ਨੈਗੇਟਿਵ ਸੈਂਟੈਂਸਸ। ਇਸ ਨੈਗੇਟਿਵ ਟੈਂਸ ਉਹ ਲਈ ਜਿਹਦੇ ਵਿੱਚ ਨੋਟ ਦੀ ਬਾਰੇ ਗੱਲ ਹੁੰਦੀ ਹੈ ਕਿ ਇਹ ਉਹ ਕੰਮ ਨਹੀਂ ਕਰ ਰਿਹਾ। ਫੋਰ ਐਗਜ਼ਾਮਪਲ ਇਸ ਵਿੱਚ ਕੀ ਹੋਏਗਾ ਕਿ ਪਹਿਲਾਂ ਸਬਜੈਕਟ ਆਏਗਾ, ਦੈਨ ਇਜ਼ ਐਮ ਆਰ, ਦੈਨ ਨੋਟ, ਦੈਨ ਵਰਬ ਦੀ ਫਸਟ ਫਾਰਮ ਨਾਲ ਆਈਐਨਜੀ, ਦੈਨ ਆਬਜੈਕਟ। ਹਮੇਸ਼ਾ ਜੋ ਨੋਟ ਹੈ ਉਹ ਇਜ਼ ਐਮ ਆਰ ਤੋਂ ਬਾਅਦ ਹੀ ਲੱਗੇਗਾ। ਫੋਰ ਐਗਜ਼ਾਮਪਲ ਜਿਵੇਂ ਪਹਿਲਾਂ ਆਪਣਾ ਟੈਂਸ ਸੀਗਾ ਕਿ ਆਈ ਐਮ ਸਟੱਡਿੰਗ ਇੰਗਲਿਸ਼, ਕਿ ਮੈਂ ਇੰਗਲਿਸ਼ ਪੜ੍ਹ ਰਿਹਾ ਹਾਂ। ਅਗਰ ਮੈਂ ਕਹਿਣਾ ਹੋਵੇ ਕਿ ਮੈਂ ਇੰਗਲਿਸ਼ ਨਹੀਂ ਪੜ੍ਹ ਰਿਹਾ, ਆਈ ਐਮ ਨੋਟ ਸਟੱਡਿੰਗ ਇੰਗਲਿਸ਼। ਸ਼ੀ ਇਜ਼ ਕੁਕਿੰਗ ਡਿਨਰ, ਹੁਣ ਇਹਦਾ ਨੈਗੇਟਿਵ ਬਣ ਜਾਏਗਾ ਸ਼ੀ ਇਜ਼ ਨੋਟ ਕੁਕਿੰਗ ਡਿਨਰ। ਦੈਨ ਦੇ ਆਰ ਪਲੇਇੰਗ ਕ੍ਰਿਕਟ, ਉਹ ਕ੍ਰਿਕਟ ਖੇਲ ਰਹੇ ਹਨ। ਦੇ ਆਰ ਨੋਟ ਪਲੇਇੰਗ ਕ੍ਰਿਕਟ, ਉਹ ਕ੍ਰਿਕਟ ਨਹੀਂ ਖੇਲ ਰਹੇ। ਦੈਨ ਇਜ਼ ਦਾ ਇੰਟੈਰੋਗੇਟਿਵ ਸੈਂਟੈਂਸ। ਇੰਟੈਰੋਗੇਟਿਵ ਆ ਜਾਂਦਾ ਜਦੋਂ ਆਪਾਂ ਸਾਹਮਣੇ ਵਾਲੇ ਨੇ ਕੁਐਸਚਨ ਪੁੱਟ ਕਰਨਾ ਹੈ। ਸਟਰਕਚਰ ਕੀ ਹੋਏਗਾ? ਸਟਰਕਚਰ ਬਹੁਤ ਸਿੰਪਲ ਹੈ ਇਸਦਾ, ਸਟਿਲ ਉਹੀ ਚੀਜ਼ਾਂ ਰਹਿ ਜਾਣਗੀਆਂ। ਜੋ ਇਜ਼ ਐਮ ਆਰ ਹੈ ਉਹ ਅੱਗੇ ਆ ਜਾਏਗਾ, ਜੋ ਪਹਿਲਾਂ ਪਿਛਲਾ ਸਬਜੈਕਟ ਤੋਂ ਬਾਅਦ ਜਾ ਰਿਹਾ ਸੀ ਉਹ ਸਬਜੈਕਟ ਤੋਂ ਪਹਿਲਾਂ ਆ ਜਾਏਗਾ। ਫਿਰ ਬਾਕੀ ਸਭ ਦਾ ਸਭ ਜੋ ਟੈਂਸ ਹੈ ਉਸ ਤਰੀਕੇ ਨਾਲ ਹੀ ਰਹੇਗਾ। ਇਹ ਸੇਮ ਚੀਜ਼ ਉਸ ਵਿੱਚ ਵੀ ਜਾਂਦੀ ਸੀ ਆਪਣੇ ਸਿੰਪਲ ਟੈਂਸ ਦੇ ਵਿੱਚ, ਉਹ 'ਚ ਡੂ ਔਰ ਡਜ਼ ਸੀਗਾ, ਇਹ ਇਜ਼ ਐਮ ਆਰ ਹੈ। ਇਜ਼ ਐਮ ਆਰ ਨੂੰ ਆਪਾਂ ਡਿਪੈਂਡ ਉਸ ਤਰੀਕੇ ਨਾਲ ਲਾਵਾਂਗੇ ਜਿਵੇਂ ਆਪਣਾ ਸਬਜੈਕਟ ਹੈ। ਅਗਰ ਸਬਜੈਕਟ ਸਿੰਗੂਲਰ ਹੈ ਤਾਂ ਇਜ਼ ਲੱਗੇਗਾ, ਅਗਰ ਪਲੂਰਲ ਹੈ ਤਾਂ ਆਰ ਲੱਗੇਗਾ, ਅਗਰ ਸਬਜੈਕਟ ਆਈ ਹੈ ਤਾਂ ਐਮ ਲੱਗੇਗਾ। ਅਗੇਨ ਇਸ ਦੇ ਕੁਝ ਐਗਜ਼ਾਮਪਲਸ, ਜਿਵੇਂ ਕਿ ਐਮ ਆਈ ਸਟੱਡਿੰਗ ਕ੍ਰਿਕਟ, ਐਮ ਆਈ ਸਟੱਡਿੰਗ ਇੰਗਲਿਸ਼, ਕਿ ਮੈਂ ਇੰਗਲਿਸ਼ ਪੜ੍ਹ ਰਿਹਾ ਹਾਂ। ਇਜ਼ ਸ਼ੀ ਕੁਕਿੰਗ ਡਿਨਰ, ਕਿ ਉਹ ਡਿਨਰ ਬਣਾ ਰਹੀ ਹੈ। ਐਂਡ ਆਰ ਦੇ ਪਲੇਇੰਗ ਕ੍ਰਿਕਟ, ਕਿ ਉਹ ਕ੍ਰਿਕਟ ਖੇਡ ਰਹੇ ਹਨ। ਹੁਣ ਇਸ ਦੇ ਵਿੱਚ ਹੁਣ ਬੇਸਿਕਲੀ ਥੋੜ੍ਹੇ ਰੂਲਸ ਰਹਿ ਗਏ ਨੇ, ਬਟ ਟੈਂਸ ਦੀ ਐਕਚੁਅਲ ਕੀ ਲੋੜ ਹੈ ਅਤੇ ਉਹਨੂੰ ਕਿਵੇਂ ਵਰਤਿਆ ਜਾਂਦਾ ਹੈ ਇਹ ਆਪਾਂ ਪਹਿਲੀ ਵੀਡੀਓ 'ਚ ਵੀ ਗੱਲ ਕੀਤੀ ਸੀ। ਅਗਰ ਤੁਹਾਨੂੰ ਇਹਦੀ ਡਿਟੇਲ ਜਾਣਕਾਰੀ ਚਾਹੀਦੀ ਹੈ ਤਾਂ ਆਈ ਵੁੱਡ ਸੇ ਕਿ ਪਿਛਲੀ ਵੀਡੀਓ ਜ਼ਰੂਰ ਦੇਖਿਓ, ਕਿ ਉਹ 'ਚ ਕਲੀਅਰ ਹੈ ਕਿ ਟੈਂਸ ਕਿਉਂ ਚਾਹੀਦੇ ਨੇ ਆਪਾਂ ਨੂੰ, ਟੈਂਸ ਕਿਉਂ ਜ਼ਰੂਰੀ ਨੇ, ਅਤੇ ਕਿਉਂ ਹੁਣ ਤੋਂ ਲੈ ਕੇ ਆਪਾਂ ਬਚਪਨ ਤੋਂ ਪੜ੍ਹਦੇ ਆ ਰਹੇ ਹਾਂ, ਬਟ ਸਟਿਲ ਟੈਂਸ ਵਿੱਚ ਉਹ ਆਪਾਂ ਨੂੰ ਚੀਜ਼ ਕਿਉਂ ਨਹੀਂ ਕਲੀਅਰ ਹੋ ਪਾਉਂਦੀ, ਆਪਣੇ ਰੂਲਸ ਕਿਉਂ ਗਲਤ ਹੋ ਜਾਂਦੇ ਨੇ, ਅਤੇ ਕਿਉਂ ਆਪਾਂ ਬਾਰ-ਬਾਰ ਹਮੇਸ਼ਾ ਕੰਟੀਨਿਊਸ ਟੈਂਸ ਉੱਪਰ ਹੀ ਅਟਕੇ ਰਹਿੰਦੇ ਹਾਂ, ਜਦ ਕਿ there are many other tenses that we need to use in the IELTS writing. Then last type जो इसकी है that is interrogative negative। इस ਵਿੱਚ same रहेगा, is एम आर पहला आ जाएगा, then subject, then not, then verb ਨਾਲ first form then ing, then object। Examples, am I not studying English, कि मैं इंग्लिश नहीं पढ़ रहा। is she not cooking dinner, कि वो डिनर नहीं बना रही। and are they not playing cricket, ਕਿ ਉਹ ਕ੍ਰਿਕਟ ਨਹੀਂ ਖੇਲ ਰਹੇ। ਸੋ ਇਹ ਬਹੁਤ ਹੀ ਕਾਮਨ ਕੁਐਸਚਨ ਨੇ ਜੋ ਆਪਾਂ ਡੇਲੀ ਬੇਸਿਸ ਉੱਪਰ ਪੁੱਛਦੇ ਹਾਂ, ਬਟ ਮੋਸਟ ਆਫ ਟਾਈਮ ਆਪਾਂ ਜਾਂ ਤਾਂ ਨੋਟ ਨੂੰ ਗਲਤ ਲਗਾ ਦਿੰਦੇ ਹਾਂ ਜਾਂ ਫਿਰ ਆਪਾਂ ਸਿੰਪਲੀ ਉਸ ਚੀਜ਼ ਨੂੰ ਦੂਸਰੇ ਗਲਤ ਤਰੀਕੇ 'ਚ ਬੋਲ ਜਾਂਦੇ ਹਾਂ। ਸੋ ਹਮੇਸ਼ਾ ਧਿਆਨ ਰੱਖਣਾ ਹੈ ਕਿ ਹੈਲਪਿੰਗ ਜੇ ਇੰਟੈਰੋਗੇਟਿਵ ਨੈਗੇਟਿਵ ਹੈ ਤਾਂ ਆਰ ਪਹਿਲਾਂ ਆਏਗਾ, ਹੈਲਪਿੰਗ ਵਰਬ ਪਹਿਲਾਂ ਆਏਗਾ, ਦੈਨ ਸਬਜੈਕਟ, ਦੈਨ ਨੋਟ, ਦੈਨ ਵਰਬ ਦੀ ਫਸਟ ਫਾਰਮ ਨਾਲ ing, ਦੈਨ ਆਬਜੈਕਟ। ਹੁਣ ਇਹਦਾ ਇੱਕ ਸਮਰੀ ਟੇਬਲ ਹੈ, ਚਾਹੇ ਇਹਨੂੰ ਸਕਰੀਨਸ਼ਾਟ ਮਾਰ ਲਓ ਤੁਸੀਂ, ਚਾਹੇ ਇਸ ਨੂੰ ਦੂਸਰੇ ਤਰੀਕੇ ਨਾਲ ਲਿਖ ਲਓ, ਬਟ ਇਸ ਵਿੱਚ ਸਾਰਾ ਉਹ ਤੁਹਾਨੂੰ ਸਮਰਾਈਜ਼ ਕੀਤਾ ਹੋਇਆ ਕਿ ਜੋ ਵੀ ਆਪਾਂ ਹੁਣ ਤੱਕ ਪੜ੍ਹਿਆ, ਕਿ ਦੈਟ ਪਹਿਲਾਂ ਜੋ ਪੋਜ਼ੀਟਿਵ ਹੈ ਸ਼ੀ ਇਜ਼ ਕੁਕਿੰਗ ਡਿਨਰ, ਉਹ ਖਾਣਾ ਬਣਾ ਰਹੀ ਹੈ। ਦੈਨ ਇਸ ਵਿੱਚ ਸਬਜੈਕਟ ਹੈ, ਮੈਂ ਫਿਰ ਰਿਪੀਟ ਕਰ ਰਿਹਾ, ਸਬਜੈਕਟ ਹੈ, ਦੈਨ ਹੈਲਪਿੰਗ ਵਰਬ, ਦੈਨ ਵਰਬ ਦੀ ਫਸਟ ਫਾਰਮ ਨਾਲ ing, ਦੈਨ ਆਬਜੈਕਟ। ਇਹ ਸਭ ਚੀਜ਼ਾਂ ਪ੍ਰੈਜ਼ੈਂਟ ਵਿੱਚ ਹੋ ਰਹੀਆਂ ਨੇ, ਹੁਣ ਹੋ ਰਹੀਆਂ ਨੇ, ਪਾਸਟ ਜਾਂ ਫਿਊਚਰ ਦੀ ਗੱਲ ਨਹੀਂ ਹੈ। ਨੈਗੇਟਿਵ subject, then verb the first form, then helping verb, then not, then verb the first form ing, then object। Example, she is not cooking dinner। Interrogative, helping verb, then subject, then verb the first form ing, then object। Is she cooking dinner? Then interrogative negative, helping verb, then subject, then not, then verb the first form ing, then object। ਤੁਹਾਨੂੰ ਸਬਜੈਕਟ ਤੇ ਆਬਜੈਕਟ ਹਮੇਸ਼ਾ ਕਲੀਅਰ ਹੋਣਾ ਚਾਹੀਦਾ ਹੈ। ਸਬਜੈਕਟ ਜੋ ਕੰਮ ਕਰੇ, ਆਬਜੈਕਟ ਜਿਸ ਉੱਪਰ ਕੰਮ ਹੋ ਰਿਹਾ ਹੋਵੇ, ਅਤੇ ਵਰਬ ਜੋ ਐਕਚੁਅਲੀ ਕੰਮ ਹੋਵੇ। ਸੋ ਜਿਵੇਂ ਕਿ ਇੱਥੇ ਸ਼ੀ ਉਹ ਖਾਣਾ ਬਣਾ ਰਹੀ ਹੈ ਤਾਂ ਸ਼ੀ ਸਬਜੈਕਟ ਹੈ, ਕਿਉਂਕਿ ਉਹ ਖਾਣਾ ਬਣਾ ਰਹੀ ਹੈ, ਕੰਮ ਉਸ ਦੇ ਦੁਆਰਾ ਕੀਤਾ ਜਾ ਰਿਹਾ ਹੈ। ਕੀ ਕੰਮ ਕੀਤਾ ਜਾ ਰਿਹਾ ਹੈ? ਕੁਕਿੰਗ। ਸੋ ਦੈਟ ਇਜ਼ ਅ ਵਰਬ। ਕਿਹਦੇ ਉੱਪਰ ਕੰਮ ਹੋ ਰਿਹਾ ਹੈ? ਡਿਨਰ ਉੱਪਰ। ਸੋ ਦੈਟ ਇਜ਼ ਅ ਆਬਜੈਕਟ। ਸੋ from the next few videos we will try to cover up all the tenses, okay?
So if you like this video, please like, comment and share, and we will come up with the next videos pretty soon. And if you have any questions, leave it in the comments and we will try to answer all of them. Thank you.